ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਦੂਸਰੇ ਭਗਤ ਤਰਲੋਚਨ ਜੀ ਦੀ ਸਾਖੀ ਸਾਂਝੀ ਕਰਨ ਲੱਗੇ ਹਾਂ। ਪਹਿਲੇ ਭਗਤ ਤਰਲੋਚਨ ਜੀ ਦੀ ਸਾਖੀ ਅਸੀਂ ਸਾਂਝੀ ਕਰ ਰਹੇ ਹਾਂ, ਜੋ ਕਿ ਭਗਤ ਨਾਮਦੇਵ ਜੀ ਦੇ ਮਿੱਤਰ ਸਨ। ਉਹਨਾਂ ਦੇ ਪਾਸ ਪਰਮੇਸ਼ਰ ਨੂੰ ਮਿਲਣ ਦੀ ਬੇਨਤੀ ਲੈ ਕੇ ਆਏ ਸਨ। ਅੱਜ ਵਾਲੇ ਤਰਲੋਚਨ ਭਗਤ ਜਿਨ੍ਹਾਂ ਦੀ ਸਾਖੀ ਸਾਂਝੀ ਕਰਨ ਲੱਗੇ ਹਾਂ, ਇਹ ਉਹ ਭਗਤ ਹਨ ਜਿਨ੍ਹਾਂ ਦੇ ਪਾਸੋਂ ਭਗਤ ਧੰਨਾ ਜੀ ਨੇ, ਭਾਵ ਧੰਨੇ ਜੱਟ ਨੇ, ਪੱਥਰ ਲਿਆ ਸੀ। ਸੋ ਜਦੋਂ ਭਗਤ ਤਰਲੋਚਨ ਜੀ ਨੂੰ ਪਤਾ ਲੱਗਾ ਕਿ ਧੰਨੇ ਨੂੰ ਤਾਂ ਮੈਂ ਇੱਕ ਲੂਣ ਮਿਰਚ ਕੁੱਟਣ ਵਾਲਾ ਪੱਥਰ ਹੀ ਦਿੱਤਾ ਹੈ, ਪਰ ਉਸਨੇ ਉਸ ਪੱਥਰ ਵਿੱਚੋਂ ਭਗਵਾਨ ਨੇ ਉਸ ਨੂੰ ਦਰਸ਼ਨ ਦੇ ਦਿੱਤੇ ਹਨ, ਤਾਂ ਇਸ ਦੇ ਮਨ ਵਿੱਚ ਵੀ ਤੜਫ ਜਾਗੀ, ਕਿਉਂ ਨਾ ਮੈਂ ਧੰਨੇ ਦੇ ਅੱਗੇ ਜਾ ਕੇ ਉਸ ਦੇ ਚਰਨਾਂ ਤੇ ਢਹਿ ਕੇ ਬੇਨਤੀ ਕਰਾਂ ਕਿ ਮੈਨੂੰ ਵੀ ਪ੍ਰਤੱਖ ਦਰਸ਼ਨ ਕਰਵਾ ਦੇ। ਸੋ ਭਗਤ ਧੰਨਾ ਜੀ ਦੀ ਪ੍ਰੇਰਨਾ ਤੇ ਅਰਦਾਸ ਦੀ ਭਗਤ ਤਰਲੋਚਨ ਜੀ ਭਾਰੇ ਤਪੀਸਰ ਤੇ ਰੱਬ ਦੇ ਬੜੇ ਵੱਡੇ ਭਗਤ ਹੋ ਗਏ। ਆਪ ਦੀ ਮਹਿਮਾ ਵਧੀ। ਆਪ ਤਾਂ ਭਜਨ ਸਿਮਰਨ ਵਿੱਚ ਲੱਗੇ ਹੋਣ ਰਹਿਣ ਕਰਕੇ ਬੜੇ ਸੰਤੁਸ਼ਟ ਸਨ। ਭਗਤ ਧੰਨਾ ਜੀ ਨੇ ਇਹਨਾਂ ਨੂੰ ਵੀ ਦਰਸ਼ਨ ਕਰਵਾਏ ਸਨ। ਆਪ ਜੀ ਬਹੁਤ ਭਜਨੀਕ ਬੰਦਗੀ ਵਾਲੀ ਰੂਹ ਬਣੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪ ਜੀ ਦਾ ਸ਼ਬਦ ਹੈ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖ ਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਓ। ਇਸ ਸ਼ਬਦ ਵਿੱਚ ਭਗਤ ਤਰਲੋਚਨ ਜੀ ਆਪਣੀ ਇਸਤਰੀ ਨੂੰ ਆਖ ਰਹੇ ਆ ਕਿ ਇਹ ਭੁੱਲ ਵਿੱਚ ਪਈ ਹੋਈਏ ਗਵਾਰਨੇ, ਨਾਰਾਇਣ ਪ੍ਰਭੂ ਈਸ਼ਵਰ ਦੀ ਨਿੰਦਿਆ ਕਿਉਂ ਕਰਦੀ ਹੈ? ਜਰਾ ਸੋਚ ਤੇ ਸਹੀ, ਜਿਹੜੇ ਦੁੱਖਾਂ ਸੁੱਖਾਂ ਦਾ ਤੂੰ ਗਿਲਾ ਕਰ ਰਹੀ ਹੈ, ਇਹ ਤਾਂ ਤੇਰਾ ਆਪਣਾ ਹੀ ਦੋਸ਼ ਹੈ, ਜਿਸ ਨੂੰ ਤੂੰ ਉਸ ਭਗਵਾਨ ਤੇ ਥੱਪ ਕੇ ਉਸ ਦੀ ਨਿੰਦਿਆ ਕਰ ਰਹੀ ਹੈ। ਇਸ ਸ਼ਬਦ ਦੀ ਉਥਾਨਕਾ ਇਉਂ ਹੈ। ਦੱਸਦੇ ਹਨ ਸਾਧ ਸੰਗਤ ਜੀ, ਭਗਤ ਤਰਲੋਚਨ ਜੀ ਦੇ ਘਰ ਔਲਾਦ ਨਹੀਂ ਸੀ। ਭਗਤ ਜੀ ਤਾਂ ਇਸ ਗੱਲ ਲਈ ਬਹੁਤੇ ਚਿੰਤਾਤੁਰ ਨਹੀਂ ਸਨ, ਪਰ ਇਸਤਰੀ ਨੂੰ ਇਸ ਚੀਜ਼ ਦਾ ਬਹੁਤ ਵਧੇਰੇ ਖਿਆਲ ਸੀ। ਉਹ ਹਰ ਵੇਲੇ ਭਗਤ ਜੀ ਨੂੰ ਗੱਲਾਂ ਕਰਦਿਆਂ ਇਹੋ ਹੀ ਕਿਹਾ ਕਰਦੀ ਸੀ। ਭਗਤ ਜੀ ਨੇ ਕਹਿਣਾ ਕਿ ਮੇਰੇ ਨਾਲ ਪਛਤਾਪ ਜਾਂ ਪਛਤਾਵੇ ਦੀਆਂ ਗੱਲਾਂ ਕਰਨ ਦੀ ਬਜਾਏ ਸਿੱਧਾ ਪ੍ਰਮਾਤਮਾ ਦੇ ਸਨਮੁਖ ਹੋ ਕੇ ਪ੍ਰਾਰਥਨਾ ਕਰਿਆ ਕਰ। ਭਗਤ ਜੀ ਦੀ ਪ੍ਰੇਰਨਾ ਅਨੁਸਾਰ ਇੱਕ ਦਿਨ ਬੜੀ ਨਿਮਰਤਾ ਧਾਰ ਕੇ ਇਸਤਰੀ ਨੇ ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ, ਸਾਰੀ ਉਮਰ ਲੰਘ ਚੱਲੀ ਹੈ, ਬੁੱਢੇ ਹੋ ਗਏ ਹਾਂ, ਪਰ ਘਰ ਖਾਲੀ ਵੇਖ ਕੇ ਮਨ ਨੂੰ ਦੁੱਖ ਹੁੰਦਾ ਹੈ। ਸਾਡੀ ਸੇਵਾ ਕਰਨ ਵਾਲਾ ਕੋਈ ਨਹੀਂ। ਜੇ ਬੱਚਾ ਹੁੰਦਾ ਤਾਂ ਸਾਡੀ ਸੇਵਾ ਤਾਂ ਕਰਦਾ। ਭਗਤ ਤਰਲੋਚਨ ਜੀ ਦੀ ਇਸਤਰੀ ਦੀ ਅਰਦਾਸ ਸੁਣ ਕੇ ਪ੍ਰਭੂ ਨੇ ਇੱਕ ਸਾਂਗ ਵਰਤਾਇਆ। ਦੱਸਦੇ ਹਨ ਕਿ ਆਪ 8-10 ਸਾਲ ਦੇ ਬੱਚੇ ਬਣ ਕੇ ਭਗਤ ਦੇ ਬੂਹੇ ਅੱਗੇ ਆ ਗਏ। ਭਗਤ ਜੀ ਦੀ ਇਸਤਰੀ ਦੇ ਪੁੱਛਣ ਦੀ ਉਸ ਬੱਚੇ ਨੇ ਕਿਹਾ, ਮੈਂ ਅਨਾਥ ਹਾਂ, ਮੇਰਾ ਕੋਈ ਨਹੀਂ, ਮੈਨੂੰ ਮਾਂ ਪਿਓ ਦੀ ਲੋੜ ਹੈ। ਬੱਚਾ ਬੜਾ ਸੁੰਦਰ ਸੀ। ਵੇਖ ਕੇ ਭਗਤ ਦੀ ਇਸਤਰੀ ਬੜੀ ਖੁਸ਼ ਹੋਈ ਤੇ ਕਹਿਣ ਲੱਗੀ, ਇਹ ਘਰ ਤਾਂ ਖਬਰੇ ਈਸ਼ਵਰ ਨੇ ਤੇਰੇ ਲਈ ਹੀ ਖਾਲੀ ਰੱਖਿਆ ਹੋਇਆ ਸੀ। ਉਹ ਬਾਲਕ ਕਹਿਣ ਲੱਗਾ, ਮਾਤਾ, ਮੈਨੂੰ ਹੋਰ ਸਭ ਕੁਝ ਮਨਜ਼ੂਰ ਹੈ। ਜੋ ਦਿਓਗੇ ਖਾਵਾਂਗਾ, ਨਾ ਦਿਓਗੇ ਤਾਂ ਵੀ ਮੰਗਾਂਗਾ ਨਹੀਂ, ਤੇ ਤੁਹਾਡੀ ਸੇਵਾ ਕਰਾਂਗਾ। ਜੇ ਇੱਕ ਰੋਟੀ ਦਿਓਗੇ ਤਾਂ ਇੱਕ ਤੇ ਹੀ, ਇਹ ਤੁਹਾਡੇ ਤੇ ਹੀ ਗੱਲ ਰਹੀ। ਹੋਰ ਸਭ ਕੁਝ ਮਨਜ਼ੂਰ ਹੈ, ਪਰ ਜੇ ਤੁਸੀਂ ਮੇਰੀ ਨਿੰਦਿਆ ਕਰੀ ਤਾਂ ਇਹ ਗੱਲ ਨਹੀਂ ਸਹਾਰਾਂਗਾ ਤੇ ਉਸੇ ਵੇਲੇ ਇੱਥੋਂ ਚਲਾ ਜਾਵਾਂਗਾ। ਤਰਲੋਚਨ ਜੀ ਦੀ ਇਸਤਰੀ ਨੇ ਕਿਹਾ, ਮੈਂ ਭਲਾ ਇਹੋ ਜਿਹੇ ਸੁਨੱਖੇ ਤੇ ਸੁਚੱਜੇ ਬਾਲਕ ਦੀ
ਜੋ ਸੇਵਾ ਕਰਦੇ ਸਾਨੂੰ ਸੁੱਖ ਦੇਵੇਗਾ, ਉਸ ਦੀ ਨਿੰਦਾ ਮੈਂ ਕਿਉਂ ਕਰਾਂਗੀ। ਸੱਚਮੁੱਚ ਉਹੀ ਗੱਲ ਹੋਈ। ਤਰਲੋਚਨ ਦੀ ਇਸਤਰੀ ਨੇ ਵੇਖਿਆ ਕਿ ਜੇ ਉਹ ਇੱਕ ਰੋਟੀ ਦੇਵੇ ਤਾਂ ਉਹ ਬਾਲਕ ਇੱਕ ਹੀ ਖਾ ਕੇ ਉੱਠ ਬੈਠਦਾ, ਹੋਰ ਨਹੀਂ ਮੰਗਦਾ। ਤੇ 2 ਦਿੱਤੀਆਂ ਤਾਂ 2, 3 ਦਿੱਤੀਆਂ ਤਾਂ 3, ਜੇ 4 ਦਿੱਤੀਆਂ ਤਾਂ 4 ਹੀ ਖਾ ਲਈਆਂ। ਉਸਨੇ ਨਾਂਹ ਨਹੀਂ ਕੀਤੀ ਤੇ ਹੋਰ ਮੰਗੀਆਂ ਵੀ ਨਾ। ਕੁਝ ਦਿਨ ਤਾਂ ਉਹ ਖੁਸ਼ੀਆਂ ਹੀ ਕਰਦੀ ਰਹੀ, ਸੋਹਣੇ ਸੋਹਣੇ ਕੱਪੜੇ ਸਵਾ ਸਵਾ ਕੇ ਬਾਲਕ ਨੂੰ ਪਾਉਂਦੀ ਰਹੀ। ਪਰ ਇੱਕ ਦਿਨ ਉਸ ਦੇ ਮਨ ਵਿੱਚ ਵਿਚਾਰ ਆਈ ਕਿ ਭਲਾ ਵੇਖਾਂ ਤਾਂ ਸਹੀ ਕਿ ਇਹ ਮੁੰਡਾ ਕਿੰਨੀਆਂ ਕੁ ਰੋਟੀਆਂ ਖਾ ਜਾਂਦਾ ਹੈ। ਪਰਾਤ ਆਟੇ ਦੀ ਉਸਨੇ ਗੁੰਨੀ ਹੋਈ ਸੀ, ਉਹ ਦੇਈ ਗਈ ਤੇ ਉਹ ਭਗਵਾਨ ਬੱਚਾ ਬਣਿਆ ਖਾਈ ਗਿਆ। ਸਾਰੀ ਪਰਾਤ ਮੁੱਕ ਗਈ ਤਾਂ ਉਹ ਹਟ ਗਈ। ਮੁੰਡਾ ਵੀ ਬਸ ਕਰਕੇ ਉੱਠ ਬੈਠਾ। ਤਰਲੋਚਨ ਦੀ ਇਸਤਰੀ ਮਨ ਵਿੱਚ ਆਖਣ ਲੱਗੀ ਕਿ ਇਸ ਲੜਕੇ ਦਾ ਢਿੱਡ ਹੈ ਕਿ ਖੂਹ। ਥੋੜੇ ਚਿਰ ਮਗਰੋਂ ਹੀ ਉਹ ਆਮ ਇਸਤਰੀ ਦੇ ਸੁਭਾਵ ਅਨੁਸਾਰ ਨਾਲ ਦੀ ਗਵਾਂਢਣ ਨੂੰ ਜਾ ਕੇ ਆਖਣ ਲੱਗੀ, ਭੈਣ, ਸਾਡੇ ਘਰ ਆਇਆ ਲੜਕਾ ਹੋਰ ਤਾਂ ਸਭੇ ਗੱਲੋਂ ਚੰਗਾ ਹੈ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਢਿੱਡ ਹੈ ਕਿ ਖੂਹ। ਅੱਜ ਪਰਾਤ ਆਟੇ ਦੀ ਮੁਕਾ ਦਿੱਤੀ ਸੀ, ਇੱਕ ਵੇਰੀ ਨਹੀਂ ਆਖਿਆ ਬਸ, ਤੇ ਖੌਰੇ ਹੋਰ ਦਿੰਦੀ ਤੇ ਹੋਰ ਵੀ ਖਾ ਜਾਂਦਾ। ਇਹ ਗੱਲਾਂ ਕਰਕੇ ਉਹ ਵਾਪਸ ਘਰ ਆਈ ਤਾਂ ਅੱਗੋਂ ਵੇਖਿਆ ਸੂ ਕਿ ਮੁੰਡਾ ਗਾਇਬ ਸੀ। ਖਿਆਲ ਕੀਤਾ ਕਿ ਕਿਤੇ ਇੱਥੇ ਇੱਧਰ ਉੱਧਰ ਹੋਣਾ, ਹੁਣੇ ਆ ਜਾਵੇਗਾ। ਪਰ ਜਦ ਕਈ ਘੰਟੇ ਲੰਘੇ ਤਾਂ ਉਹ ਲੜਕੇ ਦੀਆਂ ਸਿਫਤਾਂ ਯਾਦ ਕਰਕੇ ਝੁਰਨ ਲੱਗੀ ਤੇ ਆਖਣ ਲੱਗੀ ਕਿ ਰੱਬ ਕਿੰਨਾ ਬੇਨਿਆਂ ਹੈ। ਪਹਿਲੇ ਤਾਂ ਉਸਨੇ ਸਾਨੂੰ ਪੁੱਤਰ ਦਿੱਤਾ ਹੀ ਕੋਈ ਨਹੀਂ, ਪਰ ਹੁਣ ਟੋਹਣੀ ਜਹੀ ਦਿੱਤੀ ਸੀ ਤਾਂ ਉਹ ਵੀ ਨਹੀਂ ਰਹਿਣ ਦਿੱਤੀ। ਮਸਾਂ ਜਿਹੇ ਮੁੰਡਾ ਕਿਤੇ ਲੱਭਾ, ਉਹ ਵੀ ਖੋਹ ਲਿਆ। ਹਾਏ ਮੈਂ ਕੀ ਕਰਾਂ। ਤੇ ਏਦਾਂ ਹੀ ਉਹ ਈਸ਼ਵਰ ਨੂੰ ਪਤਾ ਨਹੀਂ ਕੀ ਕੁਝ ਕਹਿ ਗਈ। ਭਗਤ ਤਰਲੋਚਨ ਜੀ ਬਾਹਰੋਂ ਘਰ ਆਏ ਤਾਂ ਉਹਨਾਂ ਨੇ ਉਸ ਦੀ ਇਹ ਹਾਲਤ ਵੇਖ ਕੇ ਕਿਹਾ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਓ। ਭਗਤ ਤਰਲੋਚਨ ਜੀ ਨੇ ਪਹਿਲੇ ਵੀ ਉਸ ਨੂੰ ਕਈ ਵਾਰੀ ਸਮਝਾਇਆ ਕਿ ਸਾਡੇ ਭਾਗਾਂ ਵਿੱਚ ਜੇ ਔਲਾਦ ਨਹੀਂ ਤਾਂ ਈਸ਼ਵਰ ਸਾਨੂੰ ਕਿਵੇਂ ਦੇਵੇ। ਸਾਡੇ ਪੂਰਬਲੇ ਕਰਮ ਹੀ ਇਹੋ ਜਿਹੇ ਹਨ। ਪਰ ਇਸਤਰੀ ਨੂੰ ਚੈਨ ਨਹੀਂ ਸੀ ਤੇ ਹਮੇਸ਼ਾ ਚਿੰਤਾ ਤੋਂ ਰਹਿੰਦੀ ਸੀ। ਅੱਜ ਭਗਤ ਜੀ ਉਸ ਨੂੰ ਮਿਸਾਲਾਂ ਦੇ ਕੇ ਸਮਝਾਉਣ ਲੱਗੇ ਕਿ ਦੇਖ, ਇੰਦਰ ਨੇ ਬੁਰਾ ਕਰਮ ਕੀਤਾ, ਕਾਮ ਦੇ ਵਸ ਹੋ ਆਪਣੀਆਂ ਸੁੰਦਰ ਇਸਤਰੀਆਂ ਦੇ ਹੁੰਦਿਆਂ ਵੀ ਰਿਖੀ ਦੇ ਘਰ ਰਾਤ ਵੇਲੇ ਗਿਆ ਤਾਂ ਰਿਖੀ ਨੇ ਸਰਾਪ ਦਿੱਤਾ ਕਿ ਜਾ, ਜਿਸ ਦੀ ਪ੍ਰਾਪਤੀ ਬਦਲੇ ਤੂੰ ਇੰਨਾ ਉਦਮ ਕੀਤਾ ਹੈ, ਉਹ ਭਗਾਂ ਤੇਰੇ ਸਾਰੇ ਸਰੀਰ ਤੇ ਹੋ ਜਾਣ। ਕਿੰਨਾ ਬੁਰਾ ਸਰਾਪ ਉਸ ਨੂੰ ਮਿਲਿਆ। ਸਾਰਾ ਸਰੀਰ ਹੀ ਭਗਾਂ ਨਾਲ ਭਰ ਗਿਆ। ਯਤਨ ਕਰਨ ਤੇ ਇੰਦਰ ਦਾ ਹੋਰ ਸਰੀਰ ਤਾਂ ਠੀਕ ਹੋ ਗਿਆ, ਪਰ ਮੱਥੇ ਤੋਂ ਨਿਸ਼ਾਨ ਨਾ ਗਿਆ। ਉਸਨੇ ਬੜੇ ਯਤਨ ਕੀਤੇ, ਪਰ ਉਹ ਨਿਸ਼ਾਨ ਲੱਥਣ ਵਿੱਚ ਨਾ ਆਵੇ। ਭਾਵੇਂ ਗੰਗਾ ਵਿੱਚ ਵੀ ਇਸ਼ਨਾਨ ਕਰ ਕਰ ਹਾਰ ਗਿਆ, ਜਿਸ ਦਾ ਕਿ ਵਾਸ ਸ਼ਿਵਜੀ ਦੇ ਮੱਥੇ ਉੱਪਰ ਹੈ। ਇੰਨਾ ਕੁਝ ਹੋਰ ਤੇ ਵੀ ਪੂਰਬਲਾ ਕਰਮ ਉਸ ਦਾ ਨਹੀਂ ਮਿਟ ਸਕਿਆ। ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ, ਕੁਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸਰੀ, ਕਰਮ ਕਰ ਕਲੰਕ ਮਫੀਟ ਸਰੀ। ਫਿਰ ਉਹ ਮਿਸਾਲਾਂ ਦੇ ਕੇ ਸਮਝਾਉਂਦੇ ਹਨ ਕਿ ਦੇਖੋ, ਉਸ ਇੰਨੇ ਵੱਡੇ ਤੇਜ ਵਾਲੇ ਸੂਰਜ ਦਾ ਰਥਵਾਹੀ ਅਰਣ ਆਪਣੇ ਪਿੰਗਲੇਪਨ ਨੂੰ ਨਹੀਂ ਹਟਾ ਸਕਿਆ। ਸੂਰਜ ਜੋ ਸਾਰੇ ਜਗਤ ਨੂੰ ਚਾਨਣ ਤੇ ਗਰਮੀ ਦਿੰਦਾ ਹੈ, ਉਸ ਦੀ ਕੋਈ ਮਦਦ ਜਾਂ ਇਲਾਜ ਨਾ ਕਰ ਸਕਿਆ। ਹੋਰ ਦੇਖ, ਅਰਣ ਰਥਵਾਹੀ ਦਾ ਇੱਕ ਭਰਾ ਗਰੜ ਪੰਛੀਆਂ ਦਾ ਸਿਰਮੌਰ ਬਾਦਸ਼ਾਹ ਹੈ, ਜਿਸ ਨੂੰ ਹਿੰਦੂ ਧਰਮ ਵਾਲੇ ਕਹਿੰਦੇ ਹਨ ਕਿ ਉਹ ਵਿਸ਼ਨੂੰ ਜੀ ਦੀ ਸਵਾਰੀ ਦੇ ਕੰਮ ਆਉਂਦਾ ਹੈ। ਉਹ ਵੀ ਆਪਣੇ ਭਰਾ ਦੇ ਦੁੱਖ ਨੂੰ ਨਹੀਂ ਹਟਾ ਸਕਿਆ। ਮਤਲਬ ਕਿ ਇੰਨੇ ਵੱਡੇ ਦਰਜੇ ਦੇ ਹੁੰਦਿਆਂ ਜੋ ਭਗਵਾਨ ਵਿਸ਼ਨੂੰ ਦਾ ਵਾਹਨ ਹੈ, ਅਰਣ ਰਥਵਾਹੀ ਆਪਣਾ ਪਿੰਗਲਾਪਨ ਦੂਰ ਨਹੀਂ ਕਰ ਸਕਿਆ
ਤੇ ਇਸ ਉਸ ਦੇ ਪੂਰਬਲੇ ਕਰਮ ਦਾ ਫਲ ਸੀ। ਦੱਸਦੇ ਹਨ ਕਿ ਉਸਨੇ ਪਿਛਲੇ ਜਨਮ ਵਿੱਚ ਇੱਕ ਜੀਵ ਬਿੰਡੇ ਦੀਆਂ ਲੱਤਾਂ ਤੋੜ ਕੇ ਤੇ ਸੀਖ ਨਾਲ ਬੰਨ੍ਹ ਕੇ ਭਵਾਇਆ ਸੀ, ਸਿਰਫ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ। ਇਸ ਦੋਸ਼ ਕਰਕੇ ਉਹ ਪਿੰਗਲਾ ਹੋਇਆ, ਜਿਸ ਨੂੰ ਭਗਤ ਜੀ ਲਿਖਦੇ ਹਨ, ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੜ ਤਾਚੇ ਬਾਧਵਾ, ਕਰਮ ਕਰ ਅਰਣ ਪਿੰਗਲਾਰੀ। ਫਿਰ ਹੋਰ ਮਿਸਾਲ ਦਿੰਦੇ ਹਨ ਕਿ ਦੇਖੋ ਮਹਾਦੇਵ ਸ਼ਿਵ ਜੀ, ਜਿਸ ਦਾ ਕਿੱਡਾ ਵੱਡਾ ਮੁਰਾਤਬਾ ਹੈ, ਸਭ ਜਗਤ ਦੇ ਵਿਨਾਸ਼ ਕਰਨ ਦਾ ਕੰਮ ਇਸ ਦੇ ਹੱਥ ਹੈ। ਪਰ ਇਸ ਨੇ ਜਦ ਬ੍ਰਹਮਾ ਜੀ ਦੇ 5ਵੇਂ ਸਿਰ ਨੂੰ ਕੱਟਿਆ ਤਾਂ ਸਿਰ ਇਸ ਦੇ ਹੱਥ ਨਾਲ ਹੀ ਚੰਬੜ ਗਿਆ। ਇਸ ਬਾਰੇ ਦੱਸਦੇ ਹਨ ਕਿ ਬ੍ਰਹਮਾ ਜੀ ਇੱਕ ਵੇਰਾ ਆਪਣੀ ਲੜਕੀ ਤੇ ਹੀ ਮੋਹਿਤ ਹੋ ਗਏ। ਬ੍ਰਹਮਾ ਜੀ ਦੇ 4 ਮੂੰਹ ਹਨ, ਇਸ ਲਈ ਜਿਸ ਪਾਸੇ ਉਹ ਹਟੇ ਉਧਰ ਹੀ ਬ੍ਰਹਮਾ ਜੀ ਉਸ ਨੂੰ ਦੇਖਦੇ ਨਜ਼ਰ ਆਉਣ। ਇਸ ਦੇ ਉਹ ਉੱਡ ਕੇ ਉੱਪਰ ਨੂੰ ਹੋ ਗਈ। ਬ੍ਰਹਮਾ ਜੀ ਨੇ ਤਦ 5ਵਾਂ ਮੂੰਹ ਉੱਪਰ ਵੱਲ ਬਣਾ ਲਿਆ। ਜਦ ਸਰਸਵਤੀ ਨੇ ਸ਼ਿਵਜੀ ਪਾਸ ਪੁਕਾਰ ਕੀਤੀ ਤਾਂ ਸ਼ਿਵਜੀ ਨੂੰ ਇਹ ਵੇਖ ਕੇ ਗੁੱਸਾ ਆ ਗਿਆ। ਉਹਨਾਂ ਨੇ ਬ੍ਰਹਮਾ ਜੀ ਦੇ ਉੱਪਰ ਲੱਗੇ 5ਵੇਂ ਸਿਰ ਨੂੰ ਕੱਟ ਦਿੱਤਾ ਤੇ ਸਰਸਵਤੀ ਦੀ ਰੱਖਿਆ ਕੀਤੀ। ਪਰ ਹੁਣ ਪੁਆੜਾ ਇਹ ਪੈ ਗਿਆ ਕਿ ਉਹ ਸਿਰ ਹੱਥ ਨਾਲ ਐਸਾ ਚੰਬੜਿਆ ਕਿ ਲੱਥੇ ਹੀ ਨਾ। ਉਸਨੇ ਸਮਝ ਲਿਆ ਕਿ ਮੈਨੂੰ ਬ੍ਰਹਮ ਹੱਤਿਆ ਲੱਗ ਗਈ ਹੈ। ਬ੍ਰਹਮ ਹੱਤਿਆ ਤੋਂ ਬਚਣ ਲਈ ਉਸਨੇ ਸਭ ਤੀਰਥਾਂ ਦਾ ਰਟਨ ਕੀਤਾ, ਬੜੇ ਯਤਨ ਕੀਤੇ। ਤਰਲੋਚਨ ਜੀ ਕਹਿੰਦੇ ਹਨ ਕਿ ਭਾਵੇਂ ਉਸਨੇ ਇਹ ਕੰਮ ਬੁਰੇ ਭਾਵ ਨਾਲ ਨਹੀਂ ਕੀਤਾ, ਪਰ ਫਿਰ ਵੀ ਬ੍ਰਹਮ ਹੱਤਿਆ ਲੱਗ ਗਈ। ਇਹ ਸਿਰ ਫਿਰ ਕਪਾਲ ਮੋਚਨ ਤੇ ਆ ਕੇ ਲੱਥਾ। ਇਹ ਬੜਾ ਚਿਰ ਸਿਰ ਮਹਾਦੇਵ ਦੇ ਹੱਥ ਨਾਲ ਰਿਹਾ, ਕਰਮ ਦੋਸ਼ ਨਾ ਮਿਟਿਆ। ਭਟਕ ਕੇ ਹੀ ਸਿਰ ਹੱਥ ਨਾਲ ਲੱਥਾ। ਜਦ ਇੰਨੇ ਵੱਡੇ ਸ਼ਕਤੀਵਾਨ ਨੂੰ ਕਰਮ ਦਾ ਫਲ ਅਵੱਸ਼ ਭੋਗਣਾ ਪੈਂਦਾ ਹੈ, ਤਾਂ ਤੂੰ ਇਸ ਗੱਲ ਦੀ ਖਾਤਰ ਕਲਪ ਰਹੀ ਹੈ ਤੇ ਗੁੱਸੇ ਹੋ ਰਹੀ ਹੈ। ਇਹ ਤੇਰੇ ਪੂਰਬਲੇ ਕਰਮਾਂ ਦਾ ਹੀ ਫਲ ਹੈ। ਅਨਕ ਪਾਤਕ ਹਰਤਾ ਤ੍ਰੇ ਭਵਨ ਨਾਥਰੀ, ਤੀਰਥ ਤੀਰਥ ਭ੍ਰਮਤਾ ਲਹਿ ਨ ਪਾਰਰੀ, ਕਰਮ ਕਰ ਕਪਾਲ ਮਫੀ ਟਸਰੀ। ਇਹ ਆਖ ਕੇ ਫਿਰ ਤਰਲੋਚਨ ਜੀ ਆਖਦੇ ਹਨ ਕਿ ਦੇਖ ਸਮੁੰਦਰ ਕਿੱਡਾ ਵੱਡਾ ਹੈ, ਨਦੀਆਂ ਦਾ ਨਾਥ ਮਾਲਕ ਹੈ, ਪਰ ਵੱਡੇ ਹੋਣ ਦੇ ਮਾਣ ਵਿੱਚ ਉਹ ਅਗਸਤ ਮੁਨੀ ਦੇ ਘਰ ਬ੍ਰਹਮ ਭੋਜ ਤੇ ਨਾ ਗਿਆ, ਜਿਸ ਕਰਕੇ ਰਿਖੀ ਨੇ ਉਸ ਨੂੰ ਖਾਰੇ ਹੋਣ ਦਾ ਸਰਾਪ ਦਿੱਤਾ। ਅੱਜ ਤੁਸੀਂ ਕਿਸੇ ਥਾਂ ਵੀ ਸਮੁੰਦਰ ਦੇ ਪਾਣੀ ਨੂੰ ਮਿੱਠਾ ਨਹੀਂ ਦੇਖ ਸਕਦੇ, ਸਭ ਖਾਰਾ ਹੀ ਹੈ। ਭਾਵੇਂ ਉਸ ਨੂੰ ਰਿੜਕ ਕੇ ਉਸ ਵਿੱਚੋਂ 14 ਰਤਨ ਵੀ ਕੱਢੇ ਗਏ, ਅੰਮ੍ਰਿਤ ਚੰਦਰਮਾ ਕਾਮਧੇਨ ਗਊ ਲక్ష్ਮੀ ਕਲਪ ਬ੍ਰਿਸ਼, ਉੱਚ ਸਰਬ ਘੋੜਾ ਧਨੰਤਰ ਦੇਵ ਸ਼ਰਾਬ ਧਨੁਖ ਰੰਭਾ ਅਪਛਰਾ, ਸੰਖ ਕੌਸਤਲ ਮਣੀ ਤੇ ਜ਼ਹਿਰ। ਦੱਸਦੇ ਹਨ ਕਿ ਈਸ਼ਵਰ ਮੰਦਰ ਚੱਲ ਪਰਬਤ ਦਾ ਮਧਾਣਾ ਪਾ ਕੇ, ਆਪਣੇ ਨਾਮ ਦਾ ਨਹਿ ਬਣਾ ਕੇ ਤੇ ਬਾਸ਼ਕ ਨਾਗ ਦਾ ਨੇਤਰਾ ਪਾ ਕੇ ਸਮੁੰਦਰ ਨੂੰ ਰਿੜਕਿਆ ਸੀ। 14 ਰਤਨ ਕੱਢ ਕੇ ਇਸ ਆਵਾਗੌਣ ਸੰਸਾਰ ਵਿੱਚ ਉਹਨਾਂ ਦਾ ਪ੍ਰਕਾਸ਼ ਕੀਤਾ ਸੀ। ਇਹ ਈਸ਼ਵਰ ਦੀ ਕੁਦਰਤ ਦਾ ਮੁਜ਼ਾਹਰਾ ਸੀ ਕਿ ਉਸਨੇ ਏਡੇ ਵੱਡੇ ਪਰਬਤ ਨੂੰ ਆਪਣੇ ਤਾਣ ਨਾਲ ਮਧਾਣਾ ਬਣਾਇਆ। ਆਪਣੇ ਨਾਮ ਦਾ ਨੇਹ ਉਹ ਕਿੱਲੀ ਜਿਸ ਉੱਤੇ ਉਹ ਰੱਸੀ ਘੁੰਮਦੀ ਹੈ, ਤੇ ਬਾਸ਼ਕ ਨਾਗ ਦਾ ਨੇਤਰਾ ਬਣਾ ਕੇ ਭਾਰੇ ਸਮੁੰਦਰ ਨੂੰ ਰਿੜਕਿਆ ਤੇ ਫਿਰ ਇੰਨਾ ਅੱਗੇ ਉਹ ਸੰਸਾਰ ਥੰਮ ਰੱਖਿਆ ਹੈ, ਜਿਸ ਨੂੰ ਬਾਣੀ ਵਿੱਚ ਭਗਤ ਜੀ ਲਿਖਦੇ ਹਨ, ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪੱਤਰ ਸਿਖਰ ਸੁਨਾਗਰ, ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟਸਰੀ। ਪਰ ਸਭ ਕੁਝ ਹੋਣ ਦੇ ਬਾਵਜੂਦ ਕਰਮਾਂ ਦਾ ਫਲ ਨਹੀਂ ਮਿਟਿਆ। ਸਮੁੰਦਰ ਖਾਰੇ ਦਾ ਖਾਰਾ ਹੈ। ਨਾਲ ਹੀ ਹਨੂਮਾਨ ਦੀ ਮਿਸਾਲ ਦੇ ਕੇ ਤਰਲੋਚਨ ਜੀ ਆਪਣੀ ਇਸਤਰੀ ਨੂੰ ਸਮਝਾਉਂਦੇ ਹਨ ਕਿ ਹਨੂਮਾਨ ਨੇ ਕਿੰਨਾ ਭਾਰਾ ਕੰਮ ਕੀਤਾ। ਲੰਕਾ ਸਾੜੀ ਤੇ ਰਾਵਣ ਦਾ ਅਸ਼ੋਕ ਬਣ ਬਾਗ ਪੁੱਟ ਉਖੇੜ ਕੇ ਬਰਬਾਦ ਕਰ ਦਿੱਤਾ। ਜਦ ਲਛਮਣ ਮੂਰਛਿਤ ਹੋਇਆ ਤਾਂ ਉਸ ਦੀ ਮੂਰਛਾ ਦੂਰ ਕਰਨ ਲਈ ਹਿਮਾਲਾ ਪਰਬਤ ਤੋਂ ਸੰਜੀਵਨੀ ਬੂਟੀ ਲਿਆਂਦੀ ਤੇ ਭਗਵਾਨ ਰਾਮਚੰਦਰ ਜੀ ਨੂੰ ਪ੍ਰਸੰਨ ਕਰ ਲਿਆ। ਪਰ ਪ੍ਰਾਪਤ ਕੀ ਹੋਇਆ? ਸ੍ਰੀ ਰਾਮਚੰਦਰ ਜੀ ਨੂੰ ਉਸਨੇ ਕਿਹਾ ਸੀ ਕਿ ਜੋ ਤੁਹਾਡੇ ਹੱਥ ਵਿੱਚ ਹੋਵੇ
ਉਹ ਮੈਨੂੰ ਦੇ ਦੇਣਾ। ਉਸ ਦਾ ਖਿਆਲ ਉਸ ਮਾਲਾ ਤੋਂ ਸੀ ਜਿਸ ਨੂੰ ਰਾਮਚੰਦਰ ਜੀ ਫੇਰਿਆ ਕਰਦੇ ਸਨ। ਪਰ ਜਦ ਹਨੂਮਾਨ ਆਇਆ ਤਾਂ ਸ੍ਰੀ ਰਾਮਚੰਦਰ ਜੀ ਇਸ਼ਨਾਨ ਕਰ ਰਹੇ ਸਨ ਅਤੇ ਕਸ਼ੌਟੀ ਲੰਗੋਟੀ ਭਾਵ ਕਛਹਿਰਾ ਉਤਾਰ ਰਹੇ ਸਨ। ਉਹੀ ਉਹਨਾਂ ਹਨੂਮਾਨ ਦੇ ਹਵਾਲੇ ਕੀਤਾ। ਕਿਉਂ? ਇਸ ਲਈ ਕਿ ਪਿਛਲੇ ਜਨਮ ਵਿੱਚ ਉਸਨੇ ਇੱਕ ਰਿਖੀ ਦੇ ਕੱਪੜੇ ਪਾੜ ਦਿੱਤੇ ਸਨ ਅਤੇ ਫਿਰ ਉਸ ਤੇ ਰਹਿਮ ਕਰਕੇ ਉਸ ਨੂੰ ਨੰਗਾ ਨਹੀਂ ਕਰਨਾ ਚਾਹੀਦਾ। ਰਿਖੀ ਨੂੰ ਕਸ਼ੌਟੀ ਲੰਗੋਟੀ ਵਾਪਸ ਦੇ ਦਿੱਤੀ ਸੀ। ਸੋ ਰਿਖੀ ਦਾ ਹਨੂਮਾਨ ਨੂੰ ਸਰਾਪ ਸੀ ਕਿ ਤੈਨੂੰ ਵੀ ਕਸ਼ੌਟੀ ਹੀ ਮਿਲੇਗੀ, ਹੋਰ ਕੁਝ ਨਹੀਂ ਮਿਲਣਾ। ਸੋ ਸ੍ਰੀ ਰਾਮਚੰਦਰ ਜੀ ਨੇ ਉਹ ਕਸ਼ੌਟੀ, ਉਹ ਕਛਹਿਰਾ ਹਨੂਮਾਨ ਜੀ ਨੂੰ ਦਿੱਤਾ, ਜਿਸ ਦਾ ਜ਼ਿਕਰ ਭਗਤ ਜੀ ਬਾਣੀ ਵਿੱਚ ਲਿਖਦੇ ਹਨ। ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ, ਬਣ ਬਿਸਲ ਆਣ ਤੋਖੀ ਲੇ ਹਰੀ। ਕਰਮ ਕਰ ਕਸ਼ੌਟੀ ਮਪੀਟ ਸਰੀ, ਪੂਰਬਲੋ ਕ੍ਰਿਤ ਕਰਮ ਨ ਮਿਟੈ ਰੀ। ਘਰ ਗੇਹਣ ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ, ਬਦਤ ਤਰਲੋਚਨ ਰਾਮ ਜੀ। ਇਸ ਲਈ ਸਾਧ ਸੰਗਤ ਜੀ, ਭਗਤ ਤਰਲੋਚਨ ਜੀ ਆਪਣੀ ਇਸਤਰੀ ਨੂੰ ਉਪਦੇਸ਼ ਕਰਦੇ ਹਨ ਕਿ ਪੂਰਬਲੇ ਕਰਮਾਂ ਦਾ ਫਲ ਕਦੇ ਮਿਟ ਨਹੀਂ ਸਕਦਾ। ਭਾਵੇਂ ਕੋਈ ਦੂਸਰੇ ਜਨਮ ਵਿੱਚ ਕੁਝ ਵੀ ਕਿਉਂ ਨਾ ਬਣ ਜਾਵੇ, ਕਿੰਨੇ ਵੀ ਉਪਾਅ ਕਿਉਂ ਨਾ ਕਰ ਲਵੇ। ਇੰਨੇ ਵੱਡੇ ਪੁਰਸ਼ਾਂ ਦੀਆਂ ਗੱਲਾਂ ਦੱਸਣ ਤੋਂ ਭਾਵ ਇਹ ਹੈ ਕਿ ਜਦ ਇਹੋ ਜਿਹੇ ਮਨੁੱਖਾਂ ਦੀ ਕ੍ਰਿਤ ਕਰਮ ਨਾ ਮਿਟ ਸਕੇ ਤਾਂ ਆਮ ਮਨੁੱਖਾਂ ਦੀ ਕੀ ਹਸਤੀ ਹੈ। ਸੋ ਹੈ ਘਰ ਕੀ ਗੇਹਣ ਇਸਤਰੀ, ਪੂਰਬਲੇ ਕਰਮਾਂ ਨੂੰ ਮੇਟਣਹਾਰ ਇੱਕੋ ਹਰੀ ਦਾ ਨਾਮ ਹੈ। ਉਹ ਪਰਮੇਸ਼ਰ ਦਾ ਨਾਮ ਹੈ, ਸਿਮਰਨ ਹੈ। ਉਸੇ ਦਾ ਸਿਮਰਨ ਕਰ। ਇਸੇ ਲਈ ਮੈਂ ਹਰੀ ਦੇ ਨਾਮ ਨੂੰ ਜਪਦਾ ਹਾਂ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।